ਮੇਰਾ ਪਤੀ ਵਿਆਹ ਤੋਂ ਬਾਅਦ ਦੇਸ਼ ਤੋਂ ਬਾਹਰ ਚਲਾ ਗਿਆ ਸੀ ਤਾਂ ਮੇਰੀ ਸੱਸ ਸਾਰਾ ਦਿਨ ਮੈਨੂੰ ਉਲਟੀਆਂ ਸਿੱਧੀਆਂ ਗੱਲਾਂ ਕਹਿੰਦੀ ਅਤੇ ਤਾਨੇ ਮੇਨੇ ਮਾਰਦੀ। ਪਰ ਜਿਵੇਂ ਹੀ ਮੇਰਾ ਸਹੁਰਾ ਘਰ ਆਉਂਦਾ ਤਾਂ ਮੇਰੀ ਸੱਸ ਮੇਰੇ ਕਮਰੇ ਵਿੱਚ ਆ ਕੇ ਮੇਰੇ ਹੱਥ ਪੈਰ ਦਬਾਉਣ ਲੱਗ ਜਾਂਦੀ। ਮੈਂ ਉਸੇ ਟਾਈਮ ਸੌਂ ਜਾਂਦੀ। ਜਦੋਂ ਵੀ ਮੈਂ ਸਵੇਰੇ ਕਮਰੇ ਤੋਂ ਬਾਹਰ ਨਿਕਲਦੀ ਤਾਂ ਮੇਰਾ ਸਹੁਰਾ ਮੈਨੂੰ ਬਹੁਤ ਸਾਰੇ ਪੈਸੇ ਦੇ ਦਿੰਦਾ ਅਤੇ ਕਹਿੰਦਾ ਕਿ ਇਹ ਤੇਰਾ ਇਨਾਮ ਹੈ। ਮੈਂ ਸੋਚਦੀ ਕਿ ਇਹ ਕਿਸ ਚੀਜ਼ ਦਾ ਇਨਾਮ ਹੈ। ਮੈਨੂੰ ਮੇਰੀ ਸੱਸ 'ਤੇ ਸ਼ੱਕ ਹੋਇਆ। ਇਸ ਲਈ ਮੈਂ ਇੱਕ ਦਿਨ ਮੇਰੀ ਸੱਸ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਆਪਣੀਆਂ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕੀਤਾ। ਉਸ ਤੋਂ ਬਾਅਦ ਜੋ ਹੋਇਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਨਾਮ ਰੂਪਾਲੀ ਹੈ। ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ। ਅਸੀਂ 5 ਭੈਣਾਂ ਹਾਂ। ਸਾਡਾ ਕੋਈ ਭਰਾ ਨਹੀਂ ਹੈ ਅਤੇ ਮੈਂ ਸਾਰੀਆਂ ਭੈਣਾਂ ਵਿੱਚ ਸਭ ਤੋਂ ਵੱਡੀ ਸੀ। ਪਰ ਮੈਂ ਦਿਖਣ ਵਿੱਚ ਬਹੁਤ ਸੁੰਦਰ ਸੀ। ਮੇਰੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੋਈ ਜਦੋਂ ਘਰ ਬੈਠਿਆਂ ਹੀ ਮੇਰਾ ਰਿਸ਼ਤਾ ਇੱਕ ਅਮੀਰ ਪਰਿਵਾਰ ਤੋਂ ਆਇਆ ਅਤੇ ਉਹਨਾਂ ਨੇ ਦਹੇਜ ਦੀ ਮੰਗ ਵੀ ਨਹੀਂ ਕੀਤੀ ਸੀ। ਉਹ ਜਲਦੀ ਵਿਆਹ ਕਰਵਾਉਣਾ ਚਾਹੁੰਦੇ ਸਨ। ਮੇਰੇ ਮਾਤਾ ਪਿਤਾ ਕੋਲ ਵੀ ਕੁਝ ਨਹੀਂ ਸੀ, ਇਸੇ ਲਈ ਉਹਨਾਂ ਨੇ ਸਾਦੇ ਢੰਗ ਨਾਲ ਮੇਰਾ ਵਿਆਹ ਕਰਵਾ ਦਿੱਤਾ। ਮੇਰੀ ਸੱਸ ਬੜੀ ਖੁਸ਼ੀ ਨਾਲ ਮੈਨੂੰ ਆਪਣੇ ਘਰ ਲੈ ਆਈ। ਵਿਆਹ ਵਾਲੀ ਰਾਤ ਜਦੋਂ ਮੇਰਾ ਪਤੀ ਮੇਰੇ ਕਮਰੇ ਵਿੱਚ ਆਇਆ ਤਾਂ ਉਹ ਬਹੁਤ ਸ਼ਾਂਤ ਸੀ। ਉਸਨੇ ਨਾ ਤਾਂ ਮੇਰੇ ਨਾਲ ਕੋਈ ਗੱਲ ਕੀਤੀ ਅਤੇ ਨਾ ਹੀ ਮੇਰੇ ਵੱਲ ਚੰਗੀ ਤਰ੍ਹਾਂ ਦੇਖਿਆ। ਬਸ ਇਹ ਕਹਿਣ ਲੱਗੇ ਕਿ ਮੈਂ ਇੱਕ ਵਿਵਹਾਰਕ ਕਿਸਮ ਦਾ ਵਿਅਕਤੀ ਹਾਂ, ਮੈਨੂੰ ਰੋਮਾਂਸ ਪਸੰਦ ਨਹੀਂ ਹੈ। ਮੈਂ ਵੀ ਉਸ ਨੂੰ ਕੁਝ ਨਹੀਂ ਕਿਹਾ। ਮੈਂ ਸੋਚਿਆ ਕਿ ਸਮੇਂ ਦੇ ਨਾਲ ਮੈਂ ਉਹਨਾਂ ਨੂੰ ਜਾਣ ਲਵਾਂਗੀ। ਮੇਰੀ ਸੱਸ ਅਤੇ ਸਹੁਰਾ ਮੇਰੇ ਨਾਲ ਬਹੁਤ ਚੰਗਾ ਸਲੂਕ ਕਰਦੇ ਸਨ। ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੇਰਾ ਪਤੀ ਵਿਦੇਸ਼ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੀ ਸੱਸ ਬਹੁਤ ਖਤਰਨਾਕ ਔਰਤ ਹੈ। ਹੁਣ ਉਹ ਮੇਰੇ ਤੋਂ ਸਾਰਾ ਦਿਨ ਘਰ ਦਾ ਕੰਮ ਕਰਵਾਉਂਦੀ ਸੀ। ਮੈਂ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ ਅਤੇ ਮੇਰੀ ਸੱਸ ਮੇਰੇ ਹਰ ਕੰਮ ਵਿੱਚ ਦਖਲ ਅੰਦਾਜ਼ੀ ਕਰਦੀ। ਉਸ ਦਾ ਇਹ ਵਤੀਰਾ ਮੇਰੇ ਨਾਲ ਉਦੋਂ ਸ਼ੁਰੂ ਹੋਇਆ ਜਦੋਂ ਮੇਰਾ ਪਤੀ ਕੰਮ ਲਈ ਵਿਦੇਸ਼ ਚਲਾ ਗਿਆ ਸੀ। ਮੇਰੀ ਸੱਸ ਮੇਰੇ ਪਤੀ ਦੇ ਸਾਹਮਣੇ ਮੇਰੇ ਨਾਲ ਬਹੁਤ ਵਧੀਆ ਰਹਿੰਦੀ ਸੀ। ਮੇਰੇ ਵਿਆਹ ਨੂੰ ਕੁਝ ਮਹੀਨੇ ਹੋ ਗਏ ਸਨ ਅਤੇ ਇਹਨਾਂ ਦਿਨਾਂ ਦੌਰਾਨ ਮੈਨੂੰ ਸਮਝ ਆ ਗਈ ਸੀ ਮੇਰਾ ਸਹੁਰਾ ਬਹੁਤ ਹੀ ਦਿਆਲੂ ਹੈ। ਮੇਰੇ ਪਤੀ ਦੇ ਜਾਣ ਤੋਂ ਬਾਅਦ ਮੇਰੀ ਸੱਸ ਨੇ ਕਿਸੇ ਬਹਾਨੇ ਨੌਕਰਾਣੀ ਨੂੰ ਇਹ ਕਹਿ ਕੇ ਘਰੋਂ ਬਾਹਰ ਕੱਢ ਦਿੱਤਾ ਕਿ ਉਹ ਸਾਫ਼ ਸੁਥਰਾ ਕੰਮ ਨਹੀਂ ਕਰਦੀ। ਨੌਕਰਾਣੀ ਦੇ ਜਾਂਦੇ ਹੀ ਸਾਰੇ ਕੰਮ ਦੀ ਜ਼ਿੰਮੇਵਾਰੀ ਮੇਰੇ ਤੇ ਪਾ ਦਿੱਤੀ। ਜਦੋਂ ਵੀ ਮੈਂ ਘਰ ਦੀ ਸਫਾਈ ਕਰਦੀ ਤਾਂ ਮੇਰੀ ਸੱਸ ਮੈਨੂੰ ਕਹਿੰਦੀ ਕਿ ਤੂੰ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ, ਦੂਜੀ ਵਾਰ ਫਿਰ ਸਾਫ਼ ਕਰੋ। ਉਹ ਮੈਨੂੰ ਸਾਰਾ ਦਿਨ ਵਿਅਸਤ ਰੱਖਦੀ। ਪਰ ਰਾਤ ਨੂੰ ਜਦੋਂ ਮੇਰੇ ਸਹੁਰੇ ਦੇ ਆਉਣ ਦਾ ਸਮਾਂ ਹੁੰਦਾ ਤਾਂ ਉਹ ਮੈਨੂੰ ਆਪਣੇ ਕਮਰੇ ਵਿੱਚ ਜਾਣ ਅਤੇ ਹੱਥ ਮੂੰਹ ਧੋ ਕੇ ਤਿਆਰ ਹੋਣ ਲਈ ਕਹਿੰਦੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਤਿਆਰ ਹੋ ਜਾਂਦੀ ਅਤੇ ਨਵੇਂ ਜੋੜੇ ਕੱਪੜੇ ਪਾ ਲੈਂਦੀ। ਮੇਰੇ ਸਹੁਰੇ ਦੇ ਘਰ ਆਉਂਦੇ ਹੀ ਮੇਰੀ ਸੱਸ ਦਾ ਮੇਰੇ ਪ੍ਰਤੀ ਵਿਵਹਾਰ ਬਿਲਕੁਲ ਬਦਲ ਜਾਂਦਾ ਸੀ। ਉਹ ਮੈਨੂੰ ਕਹਿੰਦੀ ਕਿ ਮੈਂ ਤੇਰੇ ਲਈ ਖਾਣਾ ਲੈ ਕੇ ਆਵਾਂਗੀ। ਜਦੋਂ ਮੈਂ ਉਸ ਨੂੰ ਕਹਿੰਦੀ ਕਿ ਰਹਿਣ ਦਿਓ, ਮੈਂ ਆਪ ਲੈ ਲਵਾਂਗੀ, ਉਹ ਮੈਨੂੰ ਕਹਿੰਦੀ ਕਿ ਤੂੰ ਮੇਰੀ ਨੂੰਹ ਨਹੀਂ, ਤੂੰ ਮੇਰੀ ਧੀ ਹੈ, ਮੈਂ ਤੇਰੇ ਲਈ ਖਾਣਾ ਲੈ ਕੇ ਆਵਾਂਗੀ। ਮੈਂ ਉਸ ਦੇ ਰਵੱਈਏ ਨੂੰ ਸਮਝਣ ਦੇ ਯੋਗ ਨਹੀਂ ਸੀ। ਮੇਰੀ ਸੱਸ ਦੇ 2 ਰੂਪ ਸਨ, ਇੱਕ ਮੇਰੇ ਸਹੁਰੇ ਦੇ ਸਾਹਮਣੇ ਅਤੇ ਇੱਕ ਉਹਨਾਂ ਦੇ ਜਾਣ ਤੋਂ ਬਾਅਦ। ਦਿਨ ਵੇਲੇ ਉਹ ਜ਼ਾਲਮ ਸੱਸ ਵਾਂਗ ਰਹਿੰਦੀ ਸੀ ਅਤੇ ਸ਼ਾਮ ਨੂੰ ਜਦੋਂ ਮੇਰਾ ਸਹੁਰਾ ਕੰਮ ਤੋਂ ਘਰ ਆਉਂਦਾ ਤਾਂ ਉਹ ਮੇਰੇ ਪਿੱਛੇ ਪਿੱਛੇ ਘੁੰਮਣ ਲੱਗ ਜਾਂਦੀ। ਉਹ ਮੈਨੂੰ ਚਾਹ ਬਣਾ ਕੇ ਦਿੰਦੀ। ਪਤਾ ਨਹੀਂ ਇਸ ਪਿੱਛੇ ਕੀ ਰਾਜ ਸੀ, ਪਰ ਜਦੋਂ ਇਹ ਰਾਜ ਮੇਰੇ ਸਾਹਮਣੇ ਆਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੇ ਸਹੁਰੇ ਦੇ ਆਉਂਦੇ ਹੀ ਉਹ ਮੇਰੇ ਤੇ ਮਿਹਰਬਾਨ ਹੋ ਜਾਂਦੀ। ਇੱਕ ਦਿਨ ਉਸਨੇ ਅਜਿਹਾ ਕੰਮ ਕੀਤਾ ਕਿ ਮੈਂ ਦੰਗ ਰਹਿ ਗਈ। ਰਾਤ ਨੂੰ ਉਹ ਮੇਰੇ ਕਮਰੇ ਵਿੱਚ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਸਾਰਾ ਦਿਨ ਥੱਕ ਜਾਂਦੇ ਹੋ, ਤੁਸੀਂ ਸਾਰਾ ਦਿਨ ਕੰਮ ਵਿੱਚ ਰੁੱਝੇ ਰਹਿੰਦੇ ਹੋ, ਮੈਂ ਤੁਹਾਡੇ ਪੈਰ ਦਬਾ ਦਿੰਦੀ ਹਾਂ। ਇਹ ਸੁਣ ਕੇ ਮੈਂ ਹੈਰਾਨ ਅਤੇ ਪਰੇਸ਼ਾਨ ਹੋ ਗਈ। ਮੈਂ ਆਪਣੀ ਸੱਸ ਨੂੰ ਹੈਰਾਨ ਹੋ ਕੇ ਦੇਖਣ ਲੱਗੀ। ਮੈਂ ਕਿਹਾ, ਨਹੀਂ, ਤੁਸੀਂ ਕੀ ਕਰ ਰਹੇ ਹੋ? ਮੈਨੂੰ ਕੁਝ ਨਹੀਂ ਹੋਇਆ, ਮੈਂ ਬਿਲਕੁਲ ਠੀਕ ਹਾਂ। ਮੈਂ ਤੁਹਾਡੇ ਤੋਂ ਆਪਣੇ ਪੈਰ ਨਹੀਂ ਦਬਾ ਸਕਦੀ। ਪਰ ਮੇਰੀ ਸੱਸ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰੇ ਪੈਰ ਦਬਾਉਣ ਲੱਗ ਪਈ। ਇਸ ਕਾਰਨ ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ। ਫਿਰ ਉਹ ਤੇਲ ਲੈ ਕੇ ਆਈ ਅਤੇ ਮੇਰੇ ਪੈਰਾਂ ਤੇ ਲਗਾਉਣ ਲੱਗੀ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਮੈਂ ਉਹਨਾਂ ਨੂੰ ਕਈ ਵਾਰ ਕਿਹਾ ਕਿ ਤੁਸੀਂ ਮੇਰੇ ਤੋਂ ਵੱਡੇ ਹੋ, ਮੈਂ ਤੁਹਾਡੇ ਤੋਂ ਆਪਣੀ ਮਾਲਿਸ਼ ਨਹੀਂ ਕਰਵਾ ਸਕਦੀ, ਪਰ ਉਸਨੇ ਜ਼ਬਰਦਸਤੀ ਮੇਰੇ ਪੈਰ ਫੜ ਲਏ ਅਤੇ ਮੇਰੇ ਪੈਰਾਂ ਤੇ ਤੇਲ ਲਾਉਣ ਲੱਗੀ। ਉਹ ਇੰਨੀ ਚੰਗੀ ਤਰ੍ਹਾਂ ਮਸਾਜ ਕਰਦੀ ਸੀ ਕਿ ਕੁਝ ਸਮੇਂ ਵਿੱਚ ਹੀ ਮੇਰੀ ਸਾਰੀ ਥਕਾਵਟ ਦੂਰ ਹੋ ਜਾਂਦੀ ਸੀ
ਅਤੇ ਮੈਂ ਗੂੜੀ ਨੀਂਦ ਵਿੱਚ ਸੌਂ ਜਾਂਦੀ ਸੀ। ਮੈਂ ਸਾਰੀ ਰਾਤ ਸੌਂਦੀ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਬਹੁਤ ਥੱਕੀ ਹੋਈ ਮਹਿਸੂਸ ਕਰ ਰਹੀ ਸੀ। ਮੇਰਾ ਸਾਰਾ ਸਰੀਰ ਦਰਦ ਕਰ ਰਿਹਾ ਸੀ ਅਤੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਪੂਰੀ ਤਰ੍ਹਾਂ ਬਹੁਤ ਮਿਹਨਤ ਕੀਤੀ ਹੋਵੇ। ਜਦੋਂ ਕਿ ਤੇਲ ਦੀ ਮਾਲਿਸ਼ ਕਰਨ ਤੋਂ ਬਾਅਦ ਆਰਾਮ ਮਿਲਦਾ ਹੈ, ਪਰ ਮੇਰੇ ਨਾਲ ਕੁਝ ਅਜੀਬ ਹੋ ਰਿਹਾ ਸੀ। ਜਦੋਂ ਮੈਂ ਕਮਰੇ ਤੋਂ ਬਾਹਰ ਆਈ ਤਾਂ ਮੇਰਾ ਸਹੁਰਾ ਮੈਨੂੰ ਦੇਖ ਕੇ ਮੁਸਕਰਾਉਣ ਲੱਗਾ। ਮੈਂ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋਈ। ਮੈਂ ਸੋਚਣ ਲੱਗੀ, ਪਤਾ ਨਹੀਂ ਉਹ ਕਿਉਂ ਮੁਸਕਰਾ ਰਹੇ ਹਨ। ਫਿਰ ਉਸ ਨੇ ਮੈਨੂੰ ਜੋ ਸਵਾਲ ਕੀਤੇ ਉਹ ਸੁਣ ਕੇ ਮੈਂ ਹੈਰਾਨ ਰਹਿ ਗਈ। ਉਹ ਮੈਨੂੰ ਕਹਿਣ ਲੱਗੇ ਕਿ ਤੈਨੂੰ ਰਾਤ ਨੂੰ ਨੀਂਦ ਚੰਗੀ ਆਈ ਸੀ। ਮੈਨੂੰ ਉਸ ਦਾ ਸਵਾਲ ਬਹੁਤ ਅਜੀਬ ਲੱਗਿਆ ਕਿਉਂਕਿ ਮੈਂ ਕਦੇ ਵੀ ਕਿਸੇ ਨੂੰ ਨੀਂਦ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ। ਪਰ ਮੈਂ ਹੌਲੀ-ਹੌਲੀ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਹਾਂ, ਮੈਂ ਸ਼ਾਂਤੀ ਨਾਲ ਸੌਂ ਗਈ ਸੀ। ਇੱਥੇ ਇੱਕ ਹੋਰ ਅਜੀਬ ਚੀਜ਼ ਹੈ ਜੋ ਮੈਂ ਅੱਜ ਦੇਖੀ। ਇਹ ਸੱਸ ਕਦੇ ਮੇਰੇ ਸਹੁਰੇ ਦੇ ਕਮਰੇ ਵਿੱਚ ਨਹੀਂ ਸੌਂਦੀ ਸੀ। ਉਹ ਹਮੇਸ਼ਾ ਆਪਣੇ ਵੱਖਰੇ ਕਮਰੇ ਵਿੱਚ ਸੌਂਦੀ ਸੀ ਅਤੇ ਕਦੇ ਮੇਰੇ ਸਹੁਰੇ ਕੋਲ ਬੈਠੀ ਨਜ਼ਰ ਨਹੀਂ ਆਈ ਸੀ। ਕਦੇ ਉਹਨਾਂ ਨੂੰ ਆਪਸ ਵਿੱਚ ਗੱਲ ਕਰਦੇ ਵੀ ਨਹੀਂ ਦੇਖਿਆ। ਜਿਵੇਂ ਹੀ ਮੇਰਾ ਸਹੁਰਾ ਕੰਮ ਤੇ ਚਲਾ ਜਾਂਦਾ, ਮੇਰੀ ਸੱਸ ਦਾ ਮੇਰੇ ਪ੍ਰਤੀ ਵਤੀਰਾ ਫਿਰ ਉਹੀ ਹੋ ਜਾਂਦਾ। ਘਰ ਦਾ ਸਾਰਾ ਕੰਮ ਉਹ ਮੇਰੇ ਤੋਂ ਕਰਵਾ ਲੈਂਦੀ ਤੇ ਮੇਰੇ ਸਹੁਰੇ ਆਉਂਦਿਆਂ ਹੀ ਉਹ ਮੇਰਾ ਕੰਮ ਕਰਨ ਲੱਗ ਜਾਂਦੀ। ਕੁਝ ਦਿਨ ਇਹੀ ਹਾਲ ਰਿਹਾ। ਹਰ ਰੋਜ਼ ਮੇਰੀ ਸੱਸ ਜ਼ਬਰਦਸਤੀ ਮੇਰੇ ਪੈਰ ਫੜਦੀ ਅਤੇ ਤੇਲ ਲਗਾ ਕੇ ਮਾਲਿਸ਼ ਕਰਦੀ ਅਤੇ ਮਾਲਿਸ਼ ਕਰਦੇ ਹੀ ਮੇਰੀਆਂ ਅੱਖਾਂ ਵਿੱਚ ਨੀਂਦ ਆਉਣ ਲੱਗ ਜਾਂਦੀ ਅਤੇ ਮੈਂ ਸੌਂ ਜਾਂਦੀ। ਮੈਂ ਜਾਗਦੇ ਰਹਿਣ ਦੀ ਬਹੁਤ ਕੋਸ਼ਿਸ਼ ਕਰਦੀ, ਪਰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹਨਾਂ ਦੇ ਮਾਲਿਸ਼ ਕਰਦੇ ਹੀ ਮੇਰੀਆਂ ਅੱਖਾਂ ਵਿੱਚ ਨੀਂਦ ਆਉਣ ਲੱਗ ਜਾਂਦੀ। ਮੈਂ ਸਮਝ ਨਹੀਂ ਸਕੀ ਕਿ ਮੇਰੇ ਨਾਲ ਅਜਿਹਾ ਕਿਉਂ ਹੁੰਦਾ ਹੈ। ਮੈਂ ਸਾਰਾ ਦਿਨ ਥੱਕੀ ਹੋਈ ਹੁੰਦੀ ਸੀ, ਪਰ ਜਿਸ ਤਰ੍ਹਾਂ ਮੈਨੂੰ ਰਾਤ ਨੂੰ ਨੀਂਦ ਆਉਂਦੀ ਸੀ, ਇੰਜ ਲੱਗਦਾ ਸੀ ਜਿਵੇਂ ਮੈਂ ਕੋਈ ਨਸ਼ਾ ਪੀ ਲਿਆ ਹੋਵੇ। ਮੈਨੂੰ ਇੰਨੀ ਡੂੰਘੀ ਨੀਂਦ ਨਹੀਂ ਆਉਂਦੀ ਸੀ ਕਿ ਮੈਂ ਰਾਤ ਨੂੰ ਇੱਕ ਵਾਰ ਵੀ ਅੱਖਾਂ ਨਾ ਖੋਲਾਂ। ਮੇਰੀ ਨੀਂਦ ਅਜੀਬ ਸੀ, ਥੋੜੀ ਜਿਹੀ ਆਵਾਜ਼ ਨਾਲ ਵੀ ਜਾਗ ਜਾਂਦੀ ਸੀ। ਪਰ ਜਦੋਂ ਤੋਂ ਮੇਰੀ ਸੱਸ ਨੇ ਮੇਰੇ ਪੈਰਾਂ ਤੇ ਤੇਲ ਲਾਉਣਾ ਸ਼ੁਰੂ ਕੀਤਾ ਹੈ, ਮੈਂ ਇੰਨੀ ਗੂੜੀ ਨੀਂਦ ਵਿੱਚ ਸੌਂ ਜਾਂਦੀ ਹਾਂ ਕਿ ਮੈਨੂੰ ਹੋਸ਼ ਹੀ ਨਹੀਂ ਰਹਿੰਦਾ ਸੀ ਕਿ ਮੈਂ ਕਿੱਥੇ ਹਾਂ। ਇੱਥੇ ਮੇਰੇ ਸਹੁਰੇ ਘਰ ਮੇਰੇ ਨਾਲ ਕੋਈ ਅਜੀਬ ਇਤਫਾਕ ਵਾਪਰ ਰਹੇ ਸਨ। ਇੱਕ ਵਾਰ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ ਦੇ ਬਾਹਰ ਇੱਕ ਬੱਚਾ ਫੁੱਲਾਂ ਦਾ ਗੁਲਦਸਤਾ ਲੈ ਕੇ ਖੜਾ ਸੀ। ਉਸਨੇ ਫੁੱਲਾਂ ਦਾ ਗੁਲਦਸਤਾ ਮੈਨੂੰ ਦਿੱਤਾ ਅਤੇ ਕਿਹਾ ਕਿ ਇਹ ਤੁਹਾਡੇ ਲਈ ਹੈ। ਮੈਂ ਉਸ ਬੱਚੇ ਨੂੰ ਦੇਖ ਕੇ ਮੁਸਕਰਾਉਣ ਲੱਗੀ। ਮੈਂ ਸੋਚਿਆ ਕਿ ਸ਼ਾਇਦ ਕੋਈ ਮੇਰੀ ਸੱਸ ਨੂੰ ਜਾਣਦਾ ਹੋਵੇਗਾ, ਇਸ ਲਈ ਮੈਂ ਉਸ ਤੋਂ ਫੁੱਲਾਂ ਦਾ ਗੁਲਦਸਤਾ ਲੈ ਲਿਆ। ਉਹ ਬੱਚਾ ਚਲਾ ਗਿਆ। ਉਸ ਗੁਲਦਸਤੇ ਵਿੱਚ ਇੱਕ ਕਾਰਡ ਸੀ ਜਿਸ ਤੇ ਲਿਖਿਆ ਸੀ, ਖੂਬਸੂਰਤ ਲੜਕੀ ਲਈ ਖੂਬਸੂਰਤ ਤੋਹਫਾ, ਤੁਹਾਨੂੰ ਪਿਆਰ ਕਰਨ ਵਾਲਾ। ਮੈਂ ਇਹ ਪੜ੍ਹ ਕੇ ਹੈਰਾਨ ਰਹਿ ਗਈ। ਮੈਂ ਡਰ ਗਈ ਅਤੇ ਉਸ ਨੂੰ ਉੱਥੇ ਹੀ ਸੁੱਟ ਦਿੱਤਾ। ਪਤਾ ਨਹੀਂ ਇਹ ਕੌਣ ਸੀ ਜਿਸ ਨੇ ਮੇਰੇ ਨਾਲ ਇਹ ਘਿਨੌਣਾ ਕੰਮ ਕੀਤਾ। ਮੈਂ ਆਪਣੇ ਕਮਰੇ ਵਿੱਚ ਜਾ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਮੈਂ ਉਸ ਆਦਮੀ ਬਾਰੇ ਸੋਚਣ ਲੱਗੀ। ਮੇਰੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਸਨ। ਇਹ ਮੇਰੇ ਲਈ ਨਵੀਂ ਸਮੱਸਿਆ ਸੀ। ਸਵੇਰੇ ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਮੇਰਾ ਸਾਰਾ ਸਰੀਰ ਦਰਦ ਕਰ ਰਿਹਾ ਸੀ ਅਤੇ ਮੈਂ ਬਹੁਤ ਥੱਕੀ ਹੋਈ ਮਹਿਸੂਸ ਕਰ ਰਹੀ ਸੀ। ਮੇਰੀਆਂ ਅੱਖਾਂ ਬੰਦ ਹੋ ਰਹੀਆਂ ਸਨ। ਮੇਰਾ ਸਿਰ ਵੀ ਦਰਦ ਕਰ ਰਿਹਾ ਸੀ। ਜਦੋਂ ਮੈਂ ਆਪਣਾ ਨਾਸ਼ਤਾ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਮੇਰੀ ਸੱਸ ਮੈਨੂੰ ਇੱਥੇ ਬੈਠਣ ਲਈ ਕਿਹਾ। ਮੈਂ ਤੁਹਾਡੇ ਲਈ ਨਾਸ਼ਤਾ ਬਣਾਵਾਂਗੀ। ਸਭ ਤੋਂ ਪਹਿਲਾਂ ਉਸਨੇ ਮੈਨੂੰ ਨਿੰਬੂ ਪਾਣੀ ਪਿਲਾਇਆ। ਇਸ ਨਾਲ ਮੇਰਾ ਨਸ਼ਾ ਕੁਝ ਘਟ ਗਿਆ। ਇਸ ਤੋਂ ਬਾਅਦ ਮੇਰੀ ਸੱਸ ਨੇ ਮੇਰੇ ਸਾਹਮਣੇ ਨਾਸ਼ਤਾ ਰੱਖ ਦਿੱਤਾ ਅਤੇ ਜਦੋਂ ਮੈਂ ਨਾਸ਼ਤਾ ਕਰ ਰਹੀ ਸੀ ਤਾਂ ਮੇਰਾ ਸਹੁਰਾ ਸਾਹਮਣੇ ਬੈਠਾ ਮੇਰੇ ਵੱਲ ਦੇਖ ਰਿਹਾ ਸੀ ਅਤੇ ਮੁਸਕਰਾ ਰਿਹਾ ਸੀ ਅਤੇ ਫਿਰ ਉਹਨਾਂ ਨੇ ਮੈਨੂੰ ਕੁਝ ਅਜਿਹਾ ਕਿਹਾ। ਮੈਂ ਸੁੰਨ ਹੀ ਹੋ ਗਈ। ਉਸ ਨੇ ਕਿਹਾ ਕਿ ਤੁਸੀਂ ਲਾਲ ਰੰਗ ਦੇ ਕੱਪੜਿਆਂ ਵਿੱਚ ਬਹੁਤ ਵਧੀਆ ਲੱਗਦੇ ਹੋ। ਇਹ ਸੁਣ ਕੇ ਮੈਨੂੰ ਬੜਾ ਝਟਕਾ ਲੱਗਿਆ ਕਿਉਂਕਿ ਮੈਂ ਲਾਲ ਰੰਗ ਦਾ ਸੂਟ ਰਾਤ ਹੀ ਪਾਇਆ ਸੀ ਅਤੇ ਇਹ ਮੇਰਾ ਨਾਈਟ ਸੂਟ ਸੀ ਜੋ ਮੈਂ ਆਪਣੇ ਕਮਰੇ ਵਿੱਚ ਜਾ ਕੇ ਹੀ ਪਾਉਂਦੀ ਸੀ ਅਤੇ ਫਿਰ ਬਾਹਰ ਨਹੀਂ ਆਉਂਦੀ ਸੀ। ਤਾਂ ਮੇਰੇ ਸਹੁਰੇ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਲਾਲ ਰੰਗ ਦਾ ਸੂਟ ਰਾਤ ਹੀ ਪਾਇਆ ਸੀ? ਉਸ ਦੀ ਗੱਲ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਹੋ ਗਈ। ਮੈਂ ਅੱਖਾਂ ਨੀਵੀਆਂ ਕਰ ਲਈਆਂ। ਹੁਣ ਮੈਨੂੰ ਸ਼ੱਕ ਹੋਣ ਲੱਗਾ ਕਿ ਰਾਤ ਨੂੰ ਮੇਰੇ ਨਾਲ ਕੀ ਹੁੰਦਾ ਹੈ। ਹੁਣ ਤੱਕ ਮੈਂ ਸੋਚ ਰਹੀ ਸੀ ਕਿ ਰਾਤ ਨੂੰ ਇੰਨੀ ਗੂੜੀ ਨੀਂਦ ਕਿਵੇਂ ਆਉਂਦੀ ਹੈ ਅਤੇ ਮੇਰੇ ਸਹੁਰੇ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਮੈਂ ਰਾਤ ਨੂੰ ਕਿਹੜੇ ਰੰਗ ਦਾ ਸੂਟ ਪਹਿਨਦੀ ਹਾਂ। ਮੈਂ ਇਸੇ ਸੋਚ ਵਿੱਚ ਹੀ ਉਲਝੀ ਹੋਈ ਸੀ
ਜਦੋਂ ਮੇਰੇ ਨਾਲ ਇੱਕ ਹੋਰ ਅਜੀਬ ਗੱਲ ਵਾਪਰੀ ਜਿਸ ਨੇ ਮੇਰੇ ਹੋਸ਼ ਉਡਾ ਦਿੱਤੇ। ਮੈਂ ਰਸੋਈ ਵਿੱਚ ਭਾਂਡੇ ਧੋ ਰਹੀ ਸੀ। ਜਦੋਂ ਮੈਨੂੰ ਲੱਗਾ ਕਿ ਕੋਈ ਮੈਨੂੰ ਦੇਖ ਰਿਹਾ ਹੈ, ਮੈਂ ਰਸੋਈ ਵਿੱਚ ਆਸੇ-ਪਾਸੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ, ਪਰ ਮੈਨੂੰ ਇੰਜ ਲੱਗਾ ਜਿਵੇਂ ਕੋਈ ਮੈਨੂੰ ਜ਼ਰੂਰ ਲੁਕ ਛਿਪ ਕੇ ਦੇਖ ਰਿਹਾ ਹੋਵੇ। ਮੈਂ ਪਰੇਸ਼ਾਨ ਹੋ ਗਈ। ਮੈਨੂੰ ਨਹੀਂ ਪਤਾ ਕਿ ਮੈਨੂੰ ਕੌਣ ਅਤੇ ਕਿੱਥੋਂ ਦੇਖ ਰਿਹਾ ਹੈ। ਸਾਡੀ ਰਸੋਈ ਘਰ ਦੇ ਵਿਹੜੇ ਵਿੱਚ ਸੀ ਅਤੇ ਸਾਡੇ ਘਰ ਦੇ ਆਲੇ ਦੁਆਲੇ ਬਹੁਤ ਸਾਰੇ ਘਰ ਸਨ। ਸਾਡੇ ਸਾਹਮਣੇ ਵਾਲੇ ਘਰ ਤੋਂ ਸਾਡੀ ਰਸੋਈ ਸਾਫ਼ ਦਿਖਾਈ ਦੇ ਰਹੀ ਸੀ। ਇਹ ਔਰਤ ਦਾ ਸੁਭਾਅ ਹੈ ਕਿ ਉਹ ਆਪਣੇ ਵੱਲ ਡਿੱਗਣ ਵਾਲੀ ਨਿਗਾਹ ਨੂੰ ਲੱਭ ਹੀ ਲੈਂਦੀ ਹੈ। ਮੈਂ ਰਸੋਈ ਤੋਂ ਬਾਹਰ ਆ ਗਈ। ਮੈਂ ਆਸ-ਪਾਸ ਦੇ ਘਰਾਂ ਵੱਲ ਦੇਖਿਆ, ਫਿਰ ਮੈਂ ਸਾਹਮਣੇ ਵਾਲੇ ਘਰ ਵੱਲ ਦੇਖਿਆ ਤਾਂ ਇੱਕ ਖਿੜਕੀ ਖੁੱਲੀ ਸੀ। ਉੱਥੇ ਕੋਈ ਮੈਨੂੰ ਦੂਰਬੀਨ ਰਾਹੀਂ ਦੇਖ ਰਿਹਾ ਸੀ, ਕਿਉਂਕਿ ਮੈਂ ਉਸ ਦੂਰਬੀਨ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਜਿਵੇਂ ਹੀ ਮੇਰੀ ਨਜ਼ਰ ਉਸ ਤੇ ਪਈ, ਉਹ ਉੱਥੋਂ ਹਟ ਗਿਆ ਅਤੇ ਖਿੜਕੀ ਤੇ ਪਰਦਾ ਪਾ ਦਿੱਤਾ। ਉਹ ਜੋ ਵੀ ਸੀ, ਉਹ ਮੇਰੇ ਵੱਲ ਦੇਖ ਰਿਹਾ ਸੀ ਅਤੇ ਜਦੋਂ ਮੈਂ ਉਸ ਵੱਲ ਦੇਖਿਆ ਤਾਂ ਉਹ ਤੁਰੰਤ ਉੱਥੋਂ ਹਟ ਗਿਆ। ਇੱਕ ਪਾਸੇ ਤਾਂ ਮੈਂ ਆਪਣੇ ਸਹੁਰੇ ਦੀਆਂ ਗੱਲਾਂ ਅਤੇ ਸੱਸ ਦੀਆਂ ਹਰਕਤਾਂ ਤੋਂ ਦੁਖੀ ਸੀ ਅਤੇ ਦੂਜੇ ਪਾਸੇ ਮੈਨੂੰ ਨਹੀਂ ਪਤਾ ਸੀ ਕਿ ਇਹ ਅਣਜਾਣ ਆਦਮੀ ਕੌਣ ਸੀ ਜੋ ਮੈਨੂੰ ਲੁਕ ਛਿਪ ਕੇ ਦੇਖ ਰਿਹਾ ਸੀ। ਪਤਾ ਨਹੀਂ ਉਹ ਮੇਰੇ ਤੋਂ ਕੀ ਚਾਹੁੰਦਾ ਸੀ। ਕੁਝ ਦਿਨਾਂ ਬਾਅਦ ਕਿਸੇ ਨੇ ਮੇਰੇ ਘਰ ਦੇ ਵਿਹੜੇ ਵਿੱਚ ਇੱਕ ਕਾਗਜ਼ ਦਾ ਟੁਕੜਾ ਸੁੱਟ ਦਿੱਤਾ ਅਤੇ ਇਹ ਉਦੋਂ ਹੀ ਸੁੱਟਿਆ ਸੀ ਜਦੋਂ ਮੈਂ ਰਸੋਈ ਵਿੱਚੋਂ ਬਾਹਰ ਆ ਰਹੀ ਸੀ। ਮੈਂ ਕਾਗਜ਼ ਦਾ ਉਹ ਟੁਕੜਾ ਦੇਖਿਆ, ਇਸ ਲਈ ਪਹਿਲਾਂ ਤਾਂ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਫਿਰ ਮੈਂ ਸੋਚਿਆ ਕਿ ਸ਼ਾਇਦ ਮੇਰੀ ਸੱਸ ਦਾ ਧਿਆਨ ਇਸ ਵੱਲ ਨਾ ਚਲਾ ਜਾਵੇ। ਜੇ ਉਹ ਇਸ ਨੂੰ ਚੱਕਦੀ ਹੈ ਤਾਂ ਉਹ ਮੈਨੂੰ ਗਲਤ ਸਮਝੇਗੀ, ਉਹ ਸਿਰਫ ਮੇਰੇ ਤੇ ਸ਼ੱਕ ਕਰੇਗੀ। ਇਸ ਲਈ ਮੈਂ ਉਹ ਕਾਗਜ਼ ਚੁੱਕਿਆ ਅਤੇ ਆਪਣੇ ਕਮਰੇ ਵਿੱਚ ਆ ਗਈ। ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਸੀ। ਪਹਿਲਾਂ ਤਾਂ ਮੈਂ ਉਸ ਕਾਗਜ਼ ਨੂੰ ਪਾੜ ਕੇ ਸੁੱਟ ਦੇਣ ਬਾਰੇ ਸੋਚਿਆ, ਪਰ ਫਿਰ ਮੈਂ ਇਸ ਨੂੰ ਇੱਕ ਵਾਰ ਪੜ੍ਹ ਕੇ ਦੇਖਾਂ ਕਿ ਇਸ ਵਿੱਚ ਕੀ ਲਿਖਿਆ ਹੈ। ਮੈਂ ਖੋਲ੍ਹ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਦੋਂ ਹੀ ਕਿਸੇ ਨੇ ਮੇਰਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਮੈਂ ਝੱਟ ਛਾਲ ਮਾਰੀ। ਮੈਨੂੰ ਪਤਾ ਸੀ ਕਿ ਇਹ ਮੇਰੀ ਸੱਸ ਹੋਵੇਗੀ। ਮੈਂ ਫਟਾਫਟ ਚਿੱਠੀ ਨੂੰ ਆਪਣੀ ਅਲਮਾਰੀ ਵਿੱਚ ਆਪਣੇ ਕੱਪੜਿਆਂ ਹੇਠਾਂ ਲੁਕੋ ਲਿਆ ਅਤੇ ਆਪਣੇ ਚਿਹਰੇ ਤੋਂ ਪਸੀਨਾ ਪੂੰਝਿਆ। ਫਿਰ ਦਰਵਾਜ਼ਾ ਖੋਲ੍ਹਿਆ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਸੱਸ ਮੇਰੇ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੀ। ਉਹ ਮੈਨੂੰ ਪੁੱਛਣ ਲੱਗੀ ਕਿ ਆਪਣਾ ਦਰਵਾਜ਼ਾ ਕਿਉਂ ਬੰਦ ਕਰ ਦਿੱਤਾ ਸੀ। ਮੈਂ ਉਸ ਚਿੱਠੀ ਤੋਂ ਪਹਿਲਾਂ ਹੀ ਘਬਰਾਈ ਹੋਈ ਸੀ ਅਤੇ ਹੁਣ ਮੇਰੀ ਸੱਸ ਦੇ ਇਹ ਸਵਾਲ। ਮੈਂ ਆਪਣੇ ਆਪ ਤੇ ਕਾਬੂ ਰੱਖ ਕੇ ਉਸ ਨੂੰ ਕਿਹਾ ਕਿ ਮੈਂ ਬਾਥਰੂਮ ਵਿੱਚ ਸੀ, ਇਸ ਲਈ ਮੈਂ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ। ਪਰ ਮੇਰੀ ਸੱਸ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਉਹ ਮੈਨੂੰ ਪੁੱਛਣ ਲੱਗ ਪਈ ਕਿ ਤੂੰ ਇੰਨੀ ਘਬਰਾਈ ਹੋਈ ਕਿਉਂ ਸੀ, ਤੁਹਾਨੂੰ ਕੀ ਹੋਇਆ? ਮੈਂ ਉਸ ਨੂੰ ਕਿਹਾ ਕਿ ਅਜਿਹਾ ਕੁਝ ਨਹੀਂ ਹੈ, ਮੈਂ ਠੀਕ ਹਾਂ। ਫਿਰ ਉਹ ਮੈਨੂੰ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਹੈ, ਤੂੰ ਸਵੇਰ ਦੀ ਕੰਮ ਕਰਕੇ ਥੱਕ ਗਈ ਹੋਵੇਂਗੀ, ਮੈਂ ਤੁਹਾਡੇ ਪੈਰਾਂ ਦੀ ਮਾਲਿਸ਼ ਕਰ ਦੇਵਾਂਗੀ। ਮੈਂ ਉਸ ਨੂੰ ਕਿਹਾ ਕਿ ਤੂੰ ਰੋਜ਼ ਮੇਰੇ ਪੈਰਾਂ ਦੀ ਮਾਲਿਸ਼ ਕਰਨ ਕਿਉਂ ਆਉਂਦੀ ਹੋ, ਮੈਨੂੰ ਚੰਗਾ ਨਹੀਂ ਲੱਗਦਾ। ਪਰ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਅੱਜ ਮੈਂ ਆਪਣੇ ਪੈਰਾਂ ਦੀ ਮਾਲਿਸ਼ ਨਾ ਕਰਵਾਉਣ ਦਾ ਫੈਸਲਾ ਵੀ ਕਰ ਲਿਆ ਸੀ, ਕਿਉਂਕਿ ਮੇਰਾ ਦਿਲ ਮੈਨੂੰ ਕਹਿ ਰਿਹਾ ਸੀ ਕਿ ਉਹ ਜਿਸ ਤੇਲ ਨਾਲ ਮੇਰੀ ਮਾਲਿਸ਼ ਕਰਦੀ ਹੈ ਉਸ ਵਿੱਚ ਕੁਝ ਗਲਤ ਹੈ। ਜਿਵੇਂ ਹੀ ਉਹ ਤੇਲ ਲਾਉਣ ਲਈ ਅੱਗੇ ਆਈ, ਮੈਂ ਆਪਣੀਆਂ ਲੱਤਾਂ ਪਿੱਛੇ ਹਟਾ ਲਈਆਂ। ਮੈਨੂੰ ਨਹੀਂ ਸੀ ਪਤਾ ਕਿ ਉਹ ਮੇਰੀ ਇਸ ਹਰਕਤ ਲਈ ਮੇਰੇ ਨਾਲ ਇੰਨੀ ਨਾਰਾਜ਼ ਹੋਵੇਗੀ। ਉਹ ਕਹਿਣ ਲੱਗੀ ਕਿ ਜੇ ਤੂੰ ਮੇਰੀ ਕਿਸੇ ਵੀ ਗੱਲ ਤੋਂ ਮਨਾ ਕੀਤਾ ਤਾਂ ਤੁਸੀਂ ਦੇਖਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕਰਾਂਗੀ। ਹੁਣ ਤੱਕ ਮੈਂ ਤੁਹਾਨੂੰ ਪਿਆਰ ਨਾਲ ਕਹਿ ਰਹੀ ਸੀ, ਜੇਕਰ ਤੁਸੀਂ ਮੇਰੀ ਗੱਲ ਨਾ ਸੁਣੀ ਤਾਂ ਮੈਂ ਤੁਹਾਡੇ ਤੇ ਹੱਥ ਵੀ ਚੁੱਕ ਸਕਦੀ ਹਾਂ। ਉਸ ਦੀ ਗੱਲ ਸੁਣ ਕੇ ਮੈਨੂੰ ਡਰ ਲੱਗਣ ਲੱਗਾ। ਮੈਂ ਆਪਣੀਆਂ ਲੱਤਾਂ ਅੱਗੇ ਕੀਤੀਆਂ ਅਤੇ ਉਸਨੇ ਮੇਰੇ ਪੈਰਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ। ਮੈਂ ਹਰ ਵਾਰ ਦੀ ਤਰ੍ਹਾਂ ਜਿਵੇਂ ਹੀ ਉਸਨੇ ਮੈਨੂੰ ਮਾਲਿਸ਼ ਕੀਤੀ, ਮੈਂ ਡੂੰਘੀ ਨੀਂਦ ਵਿੱਚ ਸੌਂ ਗਈ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਸੀ। ਜਦੋਂ ਵੀ ਮੈਂ ਸਵੇਰੇ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਆਉਂਦੀ ਤਾਂ ਮੇਰੇ ਸਹੁਰੇ ਦੇ ਸਵਾਲ ਮੈਨੂੰ ਪਰੇਸ਼ਾਨ ਕਰਦੇ ਸਨ। ਕਦੇ ਉਹ ਮੈਨੂੰ ਕਹਿੰਦਾ ਕਿ ਅੱਜ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਤੇ ਕਦੇ ਉਹ ਕਹਿੰਦਾ ਕਿ ਤੇਰੇ ਖੁੱਲੇ ਵਾਲ ਬਹੁਤ ਸੋਹਣੇ ਲੱਗ ਰਹੇ ਹਨ। ਉਸ ਦੇ ਇਹ ਬੋਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਸਨ, ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ। ਕਈ ਵਾਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਪੈਂਦੀ। ਜਦੋਂ ਤੋਂ ਮੇਰਾ ਪਤੀ ਵਿਦੇਸ਼ ਗਿਆ ਹੈ, ਉਸ ਨੇ ਇੱਕ ਵਾਰ ਵੀ ਮੇਰੀ ਖਬਰ ਨਹੀਂ ਲਈ ਸੀ। ਮੇਰੇ ਕੋਲ ਮੋਬਾਈਲ ਵੀ ਨਹੀਂ ਸੀ ਜਿਸ ਨਾਲ ਮੈਂ ਉਸ ਨਾਲ ਸੰਪਰਕ ਕਰ ਸਕਾਂ। ਜਦੋਂ ਮੈਂ ਆਪਣੀ ਸੱਸ ਨੂੰ ਆਖਦੀ ਕਿ ਮੇਰੇ ਪਤੀ ਨਾਲ ਮੇਰੀ ਗੱਲ ਕਰਵਾ ਦਿਓ
ਤਾਂ ਉਹ ਮੈਨੂੰ ਆਖਦੀ ਕਿ ਉਹ ਕੰਮ ਵਿੱਚ ਰੁੱਝਿਆ ਹੋਇਆ ਹੈ ਅਤੇ ਇਸ ਸਮੇਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ। ਮੇਰੇ ਵਿਆਹ ਨੂੰ 3 ਮਹੀਨੇ ਹੋ ਗਏ ਸਨ, ਪਰ ਮੇਰੇ ਪਤੀ ਨੇ ਮੇਰੇ ਨਾਲ ਇੱਕ ਵਾਰ ਵੀ ਗੱਲ ਨਹੀਂ ਕੀਤੀ ਸੀ। ਸ਼ਾਮ ਨੂੰ ਜਦੋਂ ਮੈਂ ਕੰਮ ਤੋਂ ਵਿਹਲੀ ਹੋ ਕੇ ਆਪਣੇ ਕਮਰੇ ਵਿੱਚ ਆਉਂਦੀ ਤਾਂ ਸੋਚਣ ਲੱਗ ਜਾਂਦੀ, ਪਤਾ ਨਹੀਂ ਮੇਰਾ ਪਤੀ ਕਿਹੋ ਜਿਹਾ ਹੈ ਜੋ ਮੇਰੇ ਨਾਲ ਗੱਲ ਵੀ ਨਹੀਂ ਕਰਦਾ, ਕਿ ਉਹ ਕਦੇ ਮੇਰੇ ਬਾਰੇ ਨਹੀਂ ਸੋਚਦਾ। ਮੈਂ ਇਹ ਸਭ ਸੋਚ ਰਹੀ ਸੀ ਕਿ ਅਚਾਨਕ ਮੈਨੂੰ ਉਹੀ ਚਿੱਠੀ ਯਾਦ ਆ ਗਈ। ਮੈਂ ਉੱਠ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਅਲਮਾਰੀ ਵਿੱਚੋਂ ਚਿੱਠੀ ਕੱਢ ਕੇ ਪੜ੍ਹਨ ਲੱਗੀ। ਚਿੱਠੀ ਪੜ੍ਹ ਕੇ ਮੇਰੇ ਹੋਸ਼ ਉੱਡ ਗਏ। ਇਸ ਵਿੱਚ ਲਿਖਿਆ ਸੀ ਕਿ ਉਹ ਮੇਰੇ ਬਾਰੇ ਸਭ ਕੁਝ ਜਾਣਦਾ ਸੀ ਅਤੇ ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਸੀ, ਅਤੇ ਉਸ ਵਿੱਚ ਵੀ ਲਿਖਿਆ ਸੀ ਕਿ ਉਹ ਮੈਨੂੰ ਪਸੰਦ ਕਰਦਾ ਹੈ। ਮੈਂ ਬੜੀ ਮੁਸੀਬਤ ਵਿੱਚ ਹਾਂ। ਉਹ ਕਹਿ ਰਿਹਾ ਸੀ ਕਿ ਉਹ ਮੈਨੂੰ ਹਰ ਸਮੇਂ ਆਪਣੀ ਖਿੜਕੀ ਤੋਂ ਦੇਖਦਾ ਹੈ ਅਤੇ ਉਸ ਨੂੰ ਮੇਰੀ ਹਾਲਤ ਤੇ ਬਹੁਤ ਤਰਸ ਆਉਂਦਾ ਹੈ। ਉਸ ਦੀਆਂ ਗੱਲਾਂ ਪੜ੍ਹ ਕੇ ਮੈਂ ਸੋਚਣ ਲੱਗੀ ਕਿ ਉਸ ਨੂੰ ਮੇਰੀ ਹਾਲਤ ਬਾਰੇ ਕਿਵੇਂ ਪਤਾ ਸੀ। ਉਸ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਕਿਸ ਮੁਸੀਬਤ ਵਿੱਚ ਸੀ। ਨਾ ਚਾਹੁੰਦੇ ਹੋਏ ਵੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੇਰੇ ਮਾਪੇ ਬਹੁਤ ਗਰੀਬ ਸਨ। ਮੇਰੀਆਂ ਹੋਰ ਛੋਟੀਆਂ ਭੈਣਾਂ ਸਨ। ਇਸੇ ਲਈ ਮੇਰੀ ਮਾਂ ਨੇ ਮੈਨੂੰ ਚੇਤਾਵਨੀ ਦਿੱਤੀ ਸੀ ਕਿ ਮੈਂ ਆਪਣੇ ਸਹੁਰਿਆਂ ਨਾਲ ਲੜ ਕੇ ਕਦੇ ਵੀ ਘਰ ਨਾ ਮੁੜਾਂ, ਕਿਉਂਕਿ ਉਹਨਾਂ ਦੇ ਉੱਪਰ ਮੇਰੀ ਅਤੇ ਮੇਰੀਆਂ ਭੈਣਾਂ ਦੀ ਜ਼ਿੰਮੇਵਾਰੀ ਵੀ ਸੀ, ਜਿਸ ਕਰਕੇ ਮੈਂ ਆਪਣੇ ਪੇਕੇ ਘਰ ਵਾਪਸ ਨਹੀਂ ਜਾ ਸਕਦੀ ਸੀ। ਮੇਰੇ ਕੋਲ ਹੋਰ ਕੋਈ ਨਹੀਂ ਸੀ ਜਿਸ ਨੂੰ ਮੈਂ ਆਪਣਾ ਗਮ ਦੱਸ ਸਕਾਂ। ਮੇਰੇ ਸਹੁਰੇ ਦੀਆਂ ਗੱਲਾਂ ਕਰਕੇ ਮੇਰੇ ਦਿਲ ਵਿੱਚ ਜੋ ਵਿਚਾਰ ਆ ਰਹੇ ਸਨ ਉਹ ਬਹੁਤ ਗਲਤ ਸਨ। ਇਸ ਸਮੇਂ ਮੈਂ ਬਹੁਤ ਮੁਸੀਬਤ ਵਿੱਚ ਸੀ ਅਤੇ ਜੋ ਵੀ ਮੇਰੀ ਸਮੱਸਿਆ ਨੂੰ ਸਮਝਦਾ ਸੀ ਉਹ ਮੈਨੂੰ ਦਿਲਾਸਾ ਦਿੰਦਾ ਸੀ ਅਤੇ ਉਸ ਨੂੰ ਮੈਂ ਆਪਣਾ ਸਮਝ ਲੈਂਦੀ, ਅਤੇ ਨਾ ਚਾਹੁੰਦੇ ਹੋਏ ਵੀ ਮੈਂ ਰਸੋਈ ਤੋਂ ਬਾਹਰ ਆ ਗਈ ਅਤੇ ਵਿਹੜੇ ਵਿੱਚ ਖੜੀ ਹੋ ਕੇ ਉਸ ਖਿੜਕੀ ਵੱਲ ਦੇਖਣ ਲੱਗੀ। ਸਾਹਮਣੇ ਖਿੜਕੀ ਦਾ ਪਰਦਾ ਹਟਾਇਆ ਹੋਇਆ ਸੀ। ਉਹ ਆਦਮੀ ਦੂਰਬੀਨ ਰਾਹੀਂ ਮੇਰੇ ਵੱਲ ਦੇਖ ਰਿਹਾ ਸੀ। ਮੈਂ ਆਪਣੇ ਹੰਝੂ ਪੂੰਝ ਕੇ ਆਪਣੇ ਕਮਰੇ ਵਿੱਚ ਚਲੀ ਗਈ। ਅਜਿਹੀ ਹਾਲਤ ਵਿੱਚ ਮੈਨੂੰ ਮੇਰੇ ਪਤੀ ਦੀ ਬਹੁਤ ਜ਼ਰੂਰਤ ਸੀ, ਪਰ ਮੇਰੇ ਕੋਲ ਉਹ ਨਹੀਂ ਸੀ। ਉਹ ਸ਼ਾਇਦ ਮੈਨੂੰ ਭੁੱਲ ਗਿਆ ਸੀ। ਅਗਲੇ ਦਿਨ ਫੇਰ ਮੈਨੂੰ ਵਿਹੜੇ ਵਿੱਚ ਇੱਕ ਕਾਗਜ਼ ਦਾ ਟੁਕੜਾ ਮਿਲਿਆ। ਜਦੋਂ ਮੈਂ ਉਸ ਨੂੰ ਚੁੱਕ ਕੇ ਪੜ੍ਹਿਆ ਤਾਂ ਲਿਖਿਆ ਸੀ ਕਿ ਤੁਸੀਂ ਰਾਤ ਨੂੰ ਛੱਤ ਤੇ ਆ ਜਾਣਾ, ਪਰ ਮੈਂ ਰਾਤ ਨੂੰ ਛੱਤ ਤੇ ਨਹੀਂ ਜਾ ਸਕਦੀ ਸੀ। ਮੈਂ ਬੜੀ ਮੁਸੀਬਤ ਵਿੱਚ ਸੀ। ਮੇਰੀ ਸੱਸ ਮੇਰਾ ਰਾਤ ਨੂੰ ਵੀ ਪਿੱਛਾ ਨਹੀਂ ਛੱਡਦੀ ਸੀ। ਇੱਕ ਵਾਰ ਜਦੋਂ ਮੈਂ ਆਪਣੀ ਸੱਸ ਦੇ ਕਮਰੇ ਦੀ ਸਫਾਈ ਕਰ ਰਹੀ ਸੀ ਤਾਂ ਮੈਂ ਉਹਨਾਂ ਦੀ ਅਲਮਾਰੀ ਖੁੱਲੀ ਦੇਖੀ। ਮੈਂ ਉਸ ਦੀ ਅਲਮਾਰੀ ਵੱਲ ਗਈ। ਜਿਵੇਂ ਹੀ ਮੈਂ ਉਹਦੀ ਅਲਮਾਰੀ ਖੋਲ੍ਹੀ ਤਾਂ ਇੱਕ ਫਾਈਲ ਆ ਕੇ ਮੇਰੇ ਪੈਰਾਂ ਵਿੱਚ ਡਿੱਗ ਗਈ। ਜਦੋਂ ਮੈਂ ਉਸ ਨੂੰ ਚੁੱਕਿਆ ਤਾਂ ਉਸ ਵਿੱਚ ਕੁਝ ਘਰੇਲੂ ਕਾਗਜ਼ਾਤ ਅਤੇ ਤਲਾਕ ਦਾ ਸਰਟੀਫਿਕੇਟ ਸੀ। ਮੈਂ ਅਜੇ ਪੜ੍ਹਿਆ ਨਹੀਂ ਸੀ, ਬਸ ਦੇਖ ਹੀ ਰਹੀ ਸੀ। ਇਸੇ ਦੌਰਾਨ ਮੇਰੀ ਸੱਸ ਕਮਰੇ ਵਿੱਚ ਆ ਗਈ। ਉਸਨੇ ਮੇਰੇ ਹੱਥੋਂ ਉਹ ਫਾਈਲ ਖੋਹ ਲਈ ਅਤੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਅਲਮਾਰੀ ਦੀ ਤਲਾਸ਼ੀ ਲੈ ਰਹੇ ਹੋ। ਮੈਂ ਕਿਹਾ ਨਹੀਂ, ਮੈਂ ਤਾਂ ਸਫਾਈ ਕਰ ਰਹੀ ਸੀ। ਤੁਹਾਡੀ ਅਲਮਾਰੀ ਖੁੱਲੀ ਸੀ, ਇਸ ਲਈ ਮੈਂ ਇਸ ਨੂੰ ਬੰਦ ਕਰਨ ਆਈ ਹਾਂ। ਇਹ ਫਾਈਲ ਆਪ ਹੀ ਮੇਰੇ ਪੈਰਾਂ ਵਿੱਚ ਡਿੱਗ ਗਈ ਸੀ। ਉਹ ਕਹਿਣ ਲੱਗੀ ਕਿ ਇਹ ਮੇਰੀ ਫਾਈਲ ਹੈ, ਤੁਸੀਂ ਇੱਥੋਂ ਚਲੇ ਜਾਓ, ਅਤੇ ਮੈਂ ਕਮਰੇ ਤੋਂ ਬਾਹਰ ਆ ਗਈ। ਮੈਂ ਸੋਚਣ ਲੱਗੀ ਕਿ ਮੇਰੀ ਸੱਸ ਨੇ ਆਪਣਾ ਕਮਰਾ ਵੱਖਰਾ ਰੱਖਿਆ ਹੋਇਆ ਹੈ ਅਤੇ ਉਹ ਮੇਰੇ ਸਹੁਰੇ ਨੂੰ ਆਪਣੇ ਨੇੜੇ ਵੀ ਨਹੀਂ ਆਉਣ ਦਿੰਦੀ। ਮੇਰੇ ਦਿਲ ਵਿੱਚ ਇਹ ਖਿਆਲ ਆਉਣ ਲੱਗਾ, ਸ਼ਾਇਦ ਮੇਰੀ ਸੱਸ ਅਤੇ ਸਹੁਰੇ ਦਾ ਤਲਾਕ ਹੋ ਗਿਆ ਹੈ ਅਤੇ ਮੇਰੀ ਸੱਸ ਅਤੇ ਮੇਰਾ ਸਹੁਰਾ ਮੇਰੇ ਤੋਂ ਇਹ ਗੱਲ ਲੁਕਾਉਣਾ ਚਾਹੁੰਦੇ ਹਨ। ਪਰ ਜੇ ਅਜਿਹਾ ਹੁੰਦਾ ਤਾਂ ਉਹ ਇਸ ਘਰ ਵਿੱਚ ਕਿਵੇਂ ਰਹਿ ਸਕਦੀ ਸੀ। ਮੈਂ ਜਿੰਨਾ ਜ਼ਿਆਦਾ ਆਪਣੀ ਸੱਸ ਅਤੇ ਸਹੁਰੇ ਬਾਰੇ ਸੋਚਦੀ ਸੀ ਓਨਾ ਹੀ ਉਲਝਣ ਵਿੱਚ ਪੈਂਦੀ। ਅੱਜ ਰਾਤ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਸੱਸ ਤੋਂ ਆਪਣੇ ਪੈਰਾਂ ਦੀ ਮਾਲਿਸ਼ ਨਹੀਂ ਕਰਵਾਵਾਂਗੀ। ਇਸ ਲਈ ਮੈਂ ਪਹਿਲਾਂ ਹੀ ਆਪਣੇ ਪੈਰਾਂ ਦੀ ਮਾਲਿਸ਼ ਕਰ ਲਈ ਸੀ। ਮੈਂ ਵੈਸਲੀਨ ਲਗਾਈ ਸੀ ਤਾਂ ਕਿ ਤੇਲ ਮੇਰੇ ਪੈਰਾਂ ਤੇ ਅਸਰ ਨਾ ਕਰੇ ਅਤੇ ਉਸ ਦਾ ਨਸ਼ਾ ਮੇਰੇ ਤੇ ਅਸਰ ਨਾ ਕਰੇ। ਰਾਤ ਨੂੰ ਜਿਵੇਂ ਹੀ ਮੇਰੀ ਸੱਸ ਮੇਰੇ ਪੈਰਾਂ ਦੀ ਮਾਲਿਸ਼ ਕਰਨ ਲਈ ਤੇਲ ਲੈ ਕੇ ਆਈ, ਮੈਂ ਤੇਲ ਲਗਾ ਕੇ ਸੌਣ ਦਾ ਬਹਾਨਾ ਕਰਨ ਲੱਗੀ। ਉਸਨੇ ਸੋਚਿਆ ਕਿ ਮੈਂ ਸੌਂ ਰਹੀ ਹਾਂ ਤਾਂ ਉਹ ਮੇਰੇ ਕਮਰੇ ਤੋਂ ਬਾਹਰ ਚਲੇ ਗਈ। ਕੁਝ ਦੇਰ ਬਾਅਦ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਆ ਗਿਆ ਅਤੇ ਮੇਰੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇੱਥੇ ਮੇਰੇ ਨਾਲ ਇਹ ਸਭ ਮਾੜੇ ਕੰਮ ਕੀਤੇ ਜਾ ਰਹੇ ਹਨ। ਜਿਵੇਂ ਹੀ ਮੇਰਾ ਸਹੁਰਾ ਮੇਰੇ ਨੇੜੇ ਆਇਆ, ਮੈਂ ਘਬਰਾ ਕੇ ਉੱਠ ਕੇ ਬੈਠ ਗਈ। ਮੈਨੂੰ ਜਾਗਦੀ ਦੇਖ ਕੇ ਮੇਰਾ ਸਹੁਰਾ ਪਿੱਛੇ ਹਟ ਗਿਆ। ਮੈਂ ਉਸ ਨੂੰ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਅਜਿਹਾ ਗੰਦਾ ਕੰਮ ਕਰਦੇ ਹੋਏ? ਮੇਰੀ ਸੱਸ ਵੀ ਮੇਰੇ ਕਮਰੇ ਵਿੱਚ ਆ ਗਈ। ਮੈਨੂੰ ਜਾਗਦੀ ਦੇਖ ਕੇ ਉਹ ਵੀ ਹੈਰਾਨ ਰਹਿ ਗਈ। ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਮੈਂ ਤੁਹਾਡੀ ਧੀ ਵਰਗੀ ਹਾਂ ਅਤੇ ਤੁਸੀਂ ਮੇਰੇ ਨਾਲ ਇਹ ਪਾਪ ਕਰ ਰਹੇ ਹੋ। ਉਸ ਨੇ ਆਪਣੀਆਂ ਅੱਖਾਂ ਨੀਵੀਆਂ ਕੀਤੀਆਂ ਅਤੇ ਕਿਹਾ ਕਿ ਮੈਂ ਤੁਹਾਡੇ ਨਾਲ ਅਜੇ ਤੱਕ ਕੁਝ ਗਲਤ ਨਹੀਂ ਕੀਤਾ ਹੈ। ਮੈਂ ਇੱਥੇ ਸਿਰਫ ਤੁਹਾਨੂੰ ਦੇਖਣ ਆਇਆ ਹਾਂ।
ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ। ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਉਸ ਦਾ ਇਹ ਕਹਿਣਾ ਸੁਣ ਕੇ ਮੇਰਾ ਮਨ ਕਰਦਾ ਸੀ ਮੈਂ ਉਸ ਦਾ ਗਲਾ ਘੁੱਟ ਦੇਵਾਂ। ਮੈਂ ਕਿਹਾ, ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਬੋਲਦਿਆਂ? ਮੈਂ ਤੁਹਾਡੇ ਪੁੱਤਰ ਦੀ ਪਤਨੀ ਹਾਂ। ਇਸ ਤੇ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਕਮਰੇ ਚੋਂ ਬਾਹਰ ਭੇਜ ਦਿੱਤਾ ਅਤੇ ਉਹ ਮੈਨੂੰ ਕਹਿਣ ਲੱਗੀ ਕਿ ਕੌਣ ਸਾ ਪੁੱਤਰ ਅਤੇ ਕਿਸ ਦੀ ਪਤਨੀ? ਉਹ ਤਾਂ ਤੈਨੂੰ ਕਾਫੀ ਸਮਾਂ ਪਹਿਲਾਂ ਛੱਡ ਕੇ ਚਲਾ ਗਿਆ ਹੈ। ਮੈਂ ਤੇਰਾ ਵਿਆਹ ਇਸ ਸ਼ਰਤ ਤੇ ਕਰਵਾਇਆ ਸੀ ਕਿ ਉਹ ਤੇਰੇ ਨਾਲ ਨਹੀਂ ਰਹੇਗਾ। ਉਹ ਪਹਿਲਾਂ ਹੀ ਵਿਦੇਸ਼ ਵਿੱਚ ਵਿਆਹਿਆ ਹੋਇਆ ਸੀ, ਪਰ ਮੈਂ ਆਪਣੇ ਘਰ ਇੱਕ ਮੁਫਤ ਦੀ ਨੌਕਰਾਣੀ ਚਾਹੁੰਦੀ ਸੀ। ਇਸੇ ਲਈ ਮੈਨੂੰ ਅਜਿਹਾ ਘਰ ਮਿਲਿਆ ਜਿਸ ਦੇ ਪਰਿਵਾਰਕ ਮੈਂਬਰ ਆਪਣੀ ਧੀ ਨੂੰ ਸਹੁਰਿਆਂ ਦੇ ਹਰ ਜ਼ੁਲਮ ਨੂੰ ਬਰਦਾਸ਼ਤ ਕਰਨ ਦੀ ਸਲਾਹ ਦਿੰਦੇ ਹਨ। ਤੇਰੇ ਮਾਤਾ ਪਿਤਾ ਵੀ ਅਜੇ ਹੀ ਸਨ। ਇਸ ਲਈ ਮੈਂ ਆਪਣੇ ਪੁੱਤਰ ਦਾ ਤੇਰੇ ਨਾਲ ਵਿਆਹ ਕਰਵਾ ਦਿੱਤਾ ਅਤੇ ਜਦੋਂ ਉਹ ਵਾਪਸ ਜਾਣ ਲੱਗਾ ਤਾਂ ਉਹ ਤੇਰੇ ਲਈ ਤਲਾਕ ਦੇ ਕਾਗਜ਼ ਛੱਡ ਗਿਆ ਅਤੇ ਮੈਂ ਤੈਨੂੰ ਇਹ ਨਹੀਂ ਦੱਸਿਆ ਕਿਉਂਕਿ ਮੈਂ ਤੇਰੇ ਬਾਰੇ ਕੁਝ ਹੋਰ ਸੋਚਿਆ ਸੀ। ਹੁਣ ਮੇਰਾ ਪਤੀ ਤੇਰਾ ਸਹੁਰਾ ਨਹੀਂ ਰਿਹਾ। ਮੈਂ ਤੇਰਾ ਵਿਆਹ ਆਪਣੇ ਪਤੀ ਨਾਲ ਕਰਵਾਵਾਂਗੀ। ਮੇਰੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ ਜੋ ਚਾਹੁੰਦਾ ਹੈ ਉਹ ਕਰਦਾ ਹੈ। ਉਸਨੇ ਮੈਨੂੰ ਸਾਰੀ ਉਮਰ ਕੁੱਟਿਆ ਅਤੇ ਹੁਣ ਉਹ ਤੁਹਾਨੂੰ ਪਸੰਦ ਕਰਨ ਲੱਗਾ ਹੈ। ਮੈਂ ਤੁਹਾਡਾ ਉਸ ਨਾਲ ਵਿਆਹ ਕਰਵਾ ਦੇਵਾਂਗੀ ਅਤੇ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਜੀਵਾਂਗੀ। ਉਸ ਨੇ ਜੋ ਮੁਸੀਬਤ ਮੈਨੂੰ ਸਾਰੀ ਉਮਰ ਦਿੱਤੀ, ਹੁਣ ਤੁਸੀਂ ਇਸ ਨੂੰ ਝੱਲੋਗੇ ਅਤੇ ਤੁਹਾਡੇ ਕੋਲ ਵਾਪਸੀ ਦਾ ਕੋਈ ਰਸਤਾ ਨਹੀਂ ਹੈ। ਇਹ ਕਹਿ ਕੇ ਮੇਰੀ ਸੱਸ ਮੇਰੇ ਕਮਰੇ ਤੋਂ ਚਲੀ ਗਈ। ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਸੀ ਅਤੇ ਮੈਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ। ਹੁਣ ਮੈਂ ਇਸ ਘਰ ਵਿੱਚ ਕਿਵੇਂ ਰਹਿ ਸਕਦੀ ਹਾਂ? ਮੈਂ ਕਿਸੇ ਵੀ ਹਾਲਤ ਵਿੱਚ ਇਸ ਘਰ ਵਿੱਚ ਨਹੀਂ ਰਹਾਂਗੀ। ਮੈਂ ਸਾਰੀ ਉਮਰ ਗੁਲਾਮੀ ਅਤੇ ਦੁੱਖ ਬਰਦਾਸ਼ਤ ਨਹੀਂ ਕਰਾਂਗੀ। ਮੈਂ ਆਪਣਾ ਸਮਾਨ ਚੁੱਕਿਆ ਅਤੇ ਕਮਰੇ ਤੋਂ ਬਾਹਰ ਨਿਕਲਣ ਲੱਗੀ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਹਰੋਂ ਬੰਦ ਸੀ। ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਮੇਰੀ ਸੱਸ ਨੇ ਕਿਹਾ ਕਿ ਜਦੋਂ ਤੱਕ ਮੈਂ ਤੇਰਾ ਵਿਆਹ ਆਪਣੇ ਪਤੀ ਨਾਲ ਨਹੀਂ ਕਰਵਾ ਦਿੰਦੀ ਉਦੋਂ ਤੱਕ ਤੂੰ ਇਸ ਕਮਰੇ ਵਿੱਚ ਬੰਦ ਰਹੇਗੀ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਕਿਸੇ ਵੀ ਹਾਲਤ ਵਿੱਚ ਅਜਿਹਾ ਨਹੀਂ ਕਰ ਸਕਦੀ ਸੀ। ਮੈਂ ਆਪਣੀ ਸੱਸ ਨੂੰ ਨਾ ਕਰ ਦਿੱਤੀ। ਮੈਂ ਕਿਹਾ, ਦਰਵਾਜ਼ਾ ਖੋਲੋ, ਮੈਨੂੰ ਇੱਥੋਂ ਜਾਣ ਦਿਓ। ਮੇਰੀ ਸੱਸ ਨੇ ਕਿਹਾ ਕਿ ਤੈਨੂੰ ਕਿਸੇ ਵੀ ਕੀਮਤ ਤੇ ਮੇਰੇ ਪਤੀ ਨਾਲ ਵਿਆਹ ਕਰਵਾਉਣਾ ਪਵੇਗਾ, ਨਹੀਂ ਤਾਂ ਮੈਂ ਤੈਨੂੰ ਇਸ ਕਮਰੇ ਵਿੱਚ ਭੁੱਖਾ ਪਿਆਸਾ ਰੱਖਾਂਗੀ। ਮੈਂ ਆਪਣੀ ਸੱਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਸਨੇ ਮੇਰੀ ਇੱਕ ਨਾ ਸੁਣੀ। ਮੈਂ ਸਾਰੀ ਰਾਤ ਆਪਣੇ ਕਮਰੇ ਵਿੱਚ ਰੋਂਦੀ ਰਹੀ। ਅਚਾਨਕ ਮੇਰੇ ਮਨ ਵਿੱਚ ਉਸ ਆਦਮੀ ਦਾ ਖਿਆਲ ਆਇਆ ਜੋ ਸਾਡੇ ਘਰ ਦੇ ਸਾਹਮਣੇ ਵਾਲੀ ਖਿੜਕੀ ਵਿੱਚੋਂ ਮੈਨੂੰ ਦੇਖਦਾ ਸੀ। ਮੈਂ ਆਪਣੇ ਕਮਰੇ ਦੀ ਖਿੜਕੀ ਖੋਲ੍ਹ ਕੇ ਉੱਥੇ ਖੜੀ ਹੋ ਗਈ। ਮੈਂ ਦੇਖਿਆ ਸਾਹਮਣੇ ਵਾਲੀ ਖਿੜਕੀ ਵੀ ਖੁੱਲੀ ਹੋਈ ਸੀ ਅਤੇ ਕਮਰੇ ਵਿੱਚ ਰੋਸ਼ਨੀ ਸੀ। ਮੈਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ। ਮੈਂ ਸੋਚਿਆ ਕਿ ਸ਼ਾਇਦ ਇਹ ਆਦਮੀ ਮੇਰੀ ਮਦਦ ਕਰ ਸਕਦਾ ਹੈ। ਮੈਂ ਉਸ ਆਦਮੀ ਦੇ ਸਾਹਮਣੇ ਹੱਥ ਜੋੜ ਕੇ ਉਸ ਨੂੰ ਆਪਣੀ ਜਾਨ ਬਚਾਉਣ ਲਈ ਇਸ਼ਾਰਾ ਕੀਤਾ। ਮੇਰੇ ਕੋਲ ਇਹ ਇੱਕੋ ਇੱਕ ਵਿਕਲਪ ਸੀ। ਕੁਝ ਦੇਰ ਬਾਅਦ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਬਾਹਰ ਪੁਲਿਸ ਮੌਜੂਦ ਸੀ। ਉਹ ਆਦਮੀ ਮੇਰੀ ਗੱਲ ਸਮਝ ਗਿਆ। ਮੈਂ ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ। ਪੁਲਿਸ ਮੇਰੀ ਸੱਸ ਅਤੇ ਸਹੁਰੇ ਨੂੰ ਫੜ ਕੇ ਲੈ ਗਈ। ਮੈਂ ਵਾਪਸ ਆਪਣੇ ਪੇਕੇ ਘਰ ਆ ਗਈ। ਕੁਝ ਦਿਨਾਂ ਬਾਅਦ ਜਿਸ ਆਦਮੀ ਨੇ ਮੇਰੀ ਮਦਦ ਕੀਤੀ ਸੀ ਉਸ ਨੇ ਮੇਰੇ ਨਾਲ ਵਿਆਹ ਕਰਵਾ ਲਿਆ। ਹੁਣ ਮੈਂ ਇਸ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੀ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।